दोहेरा पिता धुनियों सिर यों कयो, सुत गुर पूरन साच, तो को भेजा लाभ हित, तू ले आयो काच। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪ੍ਰਸੰਗ ਵਿੱਚ ਉਜੈਨ ਤੋਂ ਆਏ ਵਿਸ਼ਵੰਬਰ ਦਾਸ ਦੇ ਬੇਟੇ ਹਰਗੋਪਾਲ, ਜਿਸ ਦੇ ਮਨ ਦੇ ਅੰਦਰ ਨਿਸ਼ਰਦ ਪੁਣਾ ਹੈ, ਸ਼ਰਧਾ ਨਾ ਬੱਝੀ ਮਹਾਰਾਜ ਜੀ ਤੇ 600 ਰੁਪਈਆ ਦਿੱਤਾ, ਕੜਾ ਪ੍ਰਸ਼ਾਦ ਪ੍ਰਾਪਤ ਕੀਤਾ, ਰਸਤੇ ਵਿੱਚ ਵੇਚਿਆ, ਫਿਰ 600 ਰੁਪਏ ਦਾ ਵਣਜ ਕੀਤਾ, 3000 ਰੁਪਈਆ ਕਮਾ ਕੇ ਆਪਣੇ ਪਿਤਾ ਕੋਲ ਜਾ ਰੱਖਿਆ। ਕਬੀਰ ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ। ਕਬੀਰ ਜੀ ਕਹਿੰਦੇ ਜਿਵੇਂ ਮੇਰਾ ਪੁੱਤਰ ਮੇਰੇ ਘਰ ਪੈਦਾ ਹੋਇਆ, ਮੇਰਾ ਟੱਬਰ ਡੋਬਤਾ, ਮੇਰੀਆਂ ਕੋਲਾਂ ਡੋਬ ਦਿੱਤੀਆਂ, ਸੋ ਇਸੇ ਪ੍ਰਕਾਰ ਇਹ ਵੀ ਕਹਿ ਰਿਹਾ ਕਿ ਚੰਗਾ ਪੁੱਤਰ ਪੈਦਾ ਹੋਇਆ ਮੇਰੇ ਘਰ ਵਿਸ਼ਵੰਬਰ ਦਾਸ। ਸੋ ਤੂੰ ਭਾਈ ਸਤਿਗੁਰੂ ਜੀ ਨੂੰ ਸ਼ਰਧਾ ਤੇ ਵਿਸ਼ਵਾਸ ਦੀਆਂ ਅੱਖਾਂ ਨਾਲ ਨਹੀਂ ਦੇਖਿਆ। ਮਹਾਰਾਜ ਜੀ ਤਾਂ ਬਹੁਤ ਕਰਨੀ ਵਾਲੇ ਨੇ। ਕੜਾ ਪ੍ਰਸ਼ਾਦ ਜੋ ਲੈ ਕੇ ਆਇਆ ਸੋ ਤਾਜ਼ਾ ਹੋ ਗਿਆ ਬਿਲਕੁਲ। ਫਿਰ ਇਸਨੇ ਕਿਹਾ ਕਿ ਪੈਸਾ ਹੀ ਪਿਤਾ ਜੀ ਵੱਡੀ ਚੀਜ਼ ਹੈ, ਜਿਹੜਾ ਗੁਰਾਂ ਨੇ ਬਚਨ ਦਿੱਤਾ ਹੈ ਉਹਦੇ ਨਾਲ ਕੀ ਬਣਨਾ, ਉਹਨੇ ਕਿਹੜਾ ਰੋਟੀ ਦੇਣੀ ਆਪਾਂ ਨੂੰ। ਇਸ ਤਰ੍ਹਾਂ ਦੀਆਂ ਨਿਸ਼ਰਦਕਪਣੇ ਦੀਆਂ ਗੱਲਾਂ ਕੀਤੀਆਂ ਨੇ। ਮਾਤਾ ਦਾ ਮਨ ਬੜਾ ਦੁਖੀ ਹੋਇਆ, ਪਿਤਾ ਜੀ ਬੜੇ ਦੁਖੀ ਹੋਏ ਨੇ, ਪਰ ਕੀ ਕਰ ਸਕਦੇ ਨੇ ਜਦੋਂ ਔਲਾਦ ਹੀ ਐਸੀ ਨਿਕੰਮੀ ਹੈ। ਸੋ ਇਸ ਤਰ੍ਹਾਂ ਦੇ ਪ੍ਰਸੰਗ ਸ਼ਰਵਣ ਕਰ ਰਹੇ ਹਾਂ। ਉਹ ਮਾਤਾ ਪਿਤਾ ਦੇ ਨਾਲ ਵਚਨ ਵਿਲਾਸ ਹੋ ਰਹੇ ਨੇ, ਸਮਝਾ ਰਹੇ ਨੇ ਕਿਵੇਂ ਸਤਿਗੁਰੂ ਜੀ ਸਾਖੀ ਦੇ ਰਾਹੀਂ ਸਿੱਖਿਆ ਦੇ ਰਹੇ ਨੇ, ਬਖਸ਼ਿਸ਼ ਕਰਨਗੇ ਆਪਣੇ ਤੇ। ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। दोहेरा पिता धुनियों सिर यों कयो, सुत गुर पूरन साच। ਪਿਤਾ ਨੇ ਆਪਣੇ ਸਿਰ ਨੂੰ ਧੁਨਿਆ, ਹਿਲਾਇਆ, ਅਫਸੋਸ ਦੇ ਵਿੱਚ ਕਹਿਣ ਲੱਗਿਆ, ਹੈ ਪੁੱਤਰ ਸਤਿਗੁਰੂ ਜੀ ਤੇ ਸ਼ੰਕਾ ਨਾ ਕਰ, ਸਤਿਗੁਰੂ ਜੀ ਬਿਲਕੁਲ ਪੂਰਨ ਹਨ। ਤੋ ਕੋ ਭੇਜਾ ਲਾਭ ਹਿਤ, ਤੂੰ ਲੈ ਆਇਓ ਕਾਚ। ਤੈਨੂੰ ਭੇਜਿਆ ਸੀ ਲਾਹੇ ਵਾਸਤੇ ਕਿ ਲਾਹਾ ਲੈ ਕੇ ਆਏਗਾ। ਚੌਥੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੈ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਤੈਨੂੰ ਭੇਜਿਆ ਸੀ ਨਾਮ ਦਾ ਲਾਹਾ, ਸਿੱਖੀ ਦਾ ਲਾਹਾ, ਸਿਦਕ ਭਰੋਸਾ ਭਾਵਨਾ, ਪਰ ਤੂੰ ਲੈ ਕੇ ਆ ਗਿਆ ਹੈ ਕੱਚ। ਸੋ ਇਸ ਕਰਕੇ ਜਿਵੇਂ ਕੱਚ ਦੇ ਵਪਾਰੀ ਕੱਚ ਦਾ ਵਪਾਰ ਕਰਦੇ ਨੇ, ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ, ऐसी खेप हमारी। या मलन प्रतीत ने क्या कर है गुरबैन। ਜਿਹੜੇ ਤੇਰੇ ਵਰਗੇ ਪੁੱਤਰ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਹਿਰਦਾ ਮੈਲਾ ਹੈ, ਜੇ ਉਹਨਾਂ ਨੂੰ ਸਤਿਗੁਰੂ ਜੀ ਬਚਨ ਕਰੀ ਵੀ ਜਾਣ, ਕਬੀਰ ਸਤਿਗੁਰ ਸਾਚਾ ਕਿਆ ਕਰੈ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ
ਜਿਉਂ ਬਾਂਸ ਬਜਾਈ ਹੈ ਫੂਕ। ਸੁਨ ਕੋ ਕਰਮ ਤੇ ਮਾਤ ਦੁਖਾਰੀ, ਸੁਤ ਕਿਉਂ ਭਾਗੁਰ ਬਚ ਬਿਵਹਾਰੇ। ਸੁਣ ਕੇ ਮਾਤਾ ਦਾ ਮਨ ਬੜਾ ਦੁਖੀ ਹੋਇਆ, ਜੋ ਬਹੁਤ ਭਾਗਾਂ ਵਾਲੀ ਸ਼ਰਧਾ ਵਾਲੀ ਹੈ। ਕਹਿਣ ਲੱਗੀ, ਹੈ ਪੁੱਤਰ, ਇੰਨਾ ਵੱਡਾ ਬਚਨ ਗੁਰਾਂ ਨੇ ਤੈਨੂੰ ਦਿੱਤਾ ਸੀ, ਤੂੰ ਬਚਨ ਦਾ ਵਿਵਹਾਰੀ ਵੇਚਣ ਵਾਲਾ ਬਣ ਗਿਆ ਹੈ। ਕਿਉਂ ਨਾ ਪ੍ਰਤੀਤ ਭਈ ਔਰ ਤੇਰੇ, ਪੂਰਨ ਪੁਰਖ ਪਿਤਾ ਤਵ ਹੀਰੇ। ਕਿਉਂ ਨਾ ਤੇਰੇ ਮਨ ਦੇ ਅੰਦਰ ਭਰੋਸਾ ਆਇਆ, ਤੇਰੇ ਪਿਤਾ ਜੀ ਨੇ ਇੰਨਾ ਮਹਾਨ ਪੂਰਨ ਪੁਰਖ ਸਤ ਪੁਰਖ, ਦੁਨੀਆ ਦੇ ਅੰਦਰ ਗੁਰੂ ਨਾਨਕ ਦੇਵ ਜੀ ਨਾਲੋਂ ਵੱਡਾ ਕੋਈ ਨਹੀਂ। ਉਹਨਾਂ ਦੀ ਗੱਦੀ ਦੇ ਉੱਤੇ ਬਿਰਾਜਮਾਨ 10ਵੇਂ ਰੂਪ ਵਿੱਚ ਆਪ 10ਵੇਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਸਜੇ ਹੋਏ ਨੇ। ਤੇਰੇ ਪਿਤਾ ਜੀ ਨੇ ਬਹੁਤ ਭਾਲਦਿਆਂ ਭਾਲਦਿਆਂ ਰਹਿਓ ਸੰਤ ਹੁਣ ਟੋਲ, ਸਾਧ ਬਹੁਤ ਤੇਰੇ ਡਿੱਠੇ ਭਾਲਦਿਆਂ ਭਾਲਦਿਆਂ ਸਤਿਗੁਰੂ ਜੀ ਮਿਲੇ ਔਰ ਵਿਸ਼ਵਾਸ ਬਣਿਆ, ਕਿਰਪਾ ਹੋਈ, ਤੇ ਤੇਰੇ ਮਨ ਦੇ ਅੰਦਰ ਭਰੋਸਾ ਨਹੀਂ ਆਇਆ। ਕਹਿਤ ਭਇਓ ਮੈਂ ਖੁਸ਼ੀ ਨਾ ਹੋਇਓ, ਕਿਰਿਆ ਬਿਖੈ ਗੁਰ ਆਛ ਨਾ ਜੋਇਓ। ਕਹਿਣ ਲੱਗਿਆ, ਮੇਰਾ ਮਨ ਨਹੀਂ ਖੁਸ਼ ਹੋਇਆ, ਮੈਂ ਕਿਉਂਕਿ ਸਤਿਗੁਰੂ ਜੀ ਦੀ ਕਿਰਿਆ ਦੇ ਵਿੱਚ ਮੇਰਾ ਮਨ ਨਹੀਂ ਖੁੱਭਿਆ। ਸੋ ਇਸੇ ਤਰ੍ਹਾਂ ਮਾਰ ਖਾਂਦੇ ਨੇ ਲੋਕ। ਹੁਣ ਵੀ ਕਈ ਕਹਿੰਦੇ ਕੋਈ ਬ੍ਰਹਮ ਗਿਆਨੀ ਦੱਸੋ, ਕਿਤੇ ਕੋਈ ਬੈਠਾ ਹੋਵੇ ਦਰਸ਼ਨ ਕਰਨੇ। ਉਹਨੂੰ ਇਹੀ ਜਵਾਬ ਦੇਈਦਾ ਵੀ ਤੂੰ ਕਿਰਿਆ ਦੇਖ ਕੇ ਭਟਕ ਜਾਣਾ ਫਿਰ, ਕਿਉਂਕਿ ਬ੍ਰਹਮ ਗਿਆਨੀ ਦਾ ਪਤਾ ਨਹੀਂ ਕਿਹੜੇ ਵੇਲੇ ਭਜਾਉਣ ਦੇ ਮਾਰੇ ਹੋਰ ਹੀ ਕਿਰਿਆ ਜੀ ਵਰਤਾ ਦਿੰਦੇ ਨੇ। ਕੋਈ ਜਿਹੜਾ ਆਮ ਬੰਦਾ ਹੁੰਦਾ ਹੈ, ਲਕੀਰ ਦਾ ਫਕੀਰ ਹੁੰਦਾ ਹੈ, ਉਹ ਦੇਖ ਕੇ ਭਟਕ ਜਾਂਦਾ ਹੈ, ਇੱਥੇ ਤਾਂ ਆਹ ਹੋ ਰਿਹਾ, ਇੱਥੇ ਉਹ ਹੋ ਰਿਹਾ। ਜੇ ਉਹਨਾਂ ਨੇ ਕਿਸੇ ਨੂੰ ਭਜਾਉਣਾ ਹੋਵੇ ਹੋਰ ਹੀ ਤਰ੍ਹਾਂ ਦੇ ਸਾਂਗ ਵਰਤਾ ਦਿੰਦੇ ਨੇ। ਸਤਿਗੁਰੂ ਵੀ ਐਸੇ ਹੀ ਸਾਂਗ ਵਰਤਾ ਦਿੰਦੇ ਨੇ ਜੇ ਨਿਸ਼ਰਦਕ ਪੁਣਾ ਹੋਵੇ ਬੰਦੇ ਦੇ ਅੰਦਰ। ਸੋ ਇਸ ਕਰਕੇ ਪਿਤਾ ਜੀ ਨੇ ਕਿਹਾ ਕਿ ਤੇਰੇ ਮਨ ਦੇ ਅੰਦਰ ਸ਼ਰਧਾ ਨਹੀਂ ਸੀ, ਇਸੇ ਕਰਕੇ ਐਸਾ ਸਾਂਗ ਵਰਤ ਗਿਆ। ਬਾਕ ਭਾਉ ਕੋ ਵੇਚਿਓ ਜਾਂ ਤੇ, ਖਤ ਸਹਿ ਦਰਬ ਲਿਓ ਸਿੱਕਤਾਂ ਤੇ। ਇਸੇ ਕਰਕੇ ਤੂੰ ਕਹਿਣ ਲੱਗਿਆ, ਇਸੇ ਕਰਕੇ ਮੈਂ 600 ਰੁਪਈਆ ਵੱਟਿਆ ਬਾਕ ਦਾ, 605 ਰੁਪਏ, 5 ਰੁਪਏ ਉੱਤੇ ਵਿਆਜ ਵੀ ਲਿਆ, ਕਿਉਂਕਿ ਗੁਰਾਂ ਦੀ ਕਿਰਿਆ ਦੇ ਉੱਤੇ ਮੈਨੂੰ ਭਰੋਸਾ ਨਹੀਂ ਆਇਆ। ਆਵਤ ਰਤਨ ਵਿਹਾਜੇ ਖਰੇ, ਪੁਨ ਇੱਕ ਪੁਰ ਮੈਂ ਵੇਚਨ ਕਰੇ। ਆਉਂਦਿਆਂ ਹੋਇਆ ਮੈਂ ਰਤਨ ਖਰੀਦੇ, ਰਸਤੇ ਵਿੱਚੋਂ ਮੋਤੀ ਖਰੀਦੇ ਨੇ। ਫਿਰ ਆਉਂਦਿਆਂ ਹੋਇਆ ਇੱਕ ਨਗਰ ਦੇ ਵਿੱਚ ਮੈਂ ਵੇਚੇ, ਚੰਗਾ ਵਿਵਹਾਰ ਕਰਕੇ ਆਇਆ। 3000 ਨਫੇ ਜੁਤ ਪਾਏ, ਇਮ ਧਨ ਤੇ ਧਨ ਲਿਓ ਵਧਾਏ। ਮੈਂ ਧਨ ਤੋਂ ਧਨ ਵਧਾਇਆ ਹੈ, 3000 ਰੁਪਈਆ ਨਫਾ ਖੱਟਿਆ ਹੈ। ਇਸ ਤਰ੍ਹਾਂ ਦੇਖੋ ਮੇਰਾ ਦਿਮਾਗ ਕਿੰਨਾ ਹੈ ਕਿ ਮੈਂ ਕਿੰਨੇ ਪੈਸੇ ਬਣਾ ਕੇ ਲਿਆਇਆ ਹਾਂ। ਤ੍ਰੈ ਸਹੰਸਰ ਤੇ ਸਭ ਕਿਛ ਸਰੇ, ਕਾਰਜ ਕੋਨ ਬਾਤ ਸੋ ਕਰੇ। ਗੱਲਾਂ ਨਾਲ ਕੀ ਕੰਮ ਬਣਦਾ ਹੈ, ਇਹ ਵਾਕ ਨਾਲ ਕੀ ਬਣਨਾ। ਤੁਸੀਂ ਕਹਿੰਦੇ ਵਾਕ ਲਿਆਇਆ 600 ਦੇ ਆਇਆ, ਉਹ 600 ਰੁਪਏ ਚੰਗਾ ਹੋ ਗਿਆ ਮੈਂ ਮੋੜ ਲਿਆਇਆ, ਤੇ ਇਹ ਰੁਪਈਏ ਨਾਲ ਕੁਝ ਬਣੂ ਤਾਂ ਸਹੀ, ਕੋਈ ਰੋਟੀ ਪਾਣੀ ਕੱਪੜਾ ਲੀੜਾ ਮਕਾਨ। 3000 ਰੁਪਈਆ ਬਹੁਤ ਹੁੰਦਾ। ਤੇ ਉਹ ਜਿਹੜਾ ਤੁਸੀਂ ਕਹਿੰਦੇ ਹੋ ਵਾਕ, ਵਾਕ ਦੇ ਨਾਲ ਕੀ ਬਣਨਾ ਸੀ ਆਪਣਾ। ਸੁਨ ਕੈ ਭਨਤ ਬਿਸ਼ੰਬਰ ਦਾਸ, ਏ ਸੁਤ ਕੂਰੋ ਧਨ ਵੈ ਨਾਸ਼। ਸੁਣ ਕੇ ਬਿਸ਼ੰਬਰ ਦਾਸ ਨੇ ਕਿਹਾ, ਪੁੱਤਰ ਇਹ ਜਿਹੜਾ ਧਨ ਤੂੰ ਲੈ ਕੇ ਆਇਆ ਹੈ ਇਹ ਕੂੜਾ ਹੈ, ਝੂਠਾ ਹੈ, ਇਹ ਜਾਂਦੇ ਬਿਲਮ ਨਾ ਹੋਵੇ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਨਾਸ ਹੋ ਜਾਂਦਾ। ਧਨ ਦੇ ਉੱਤੇ ਯਕੀਨ ਕਰਨ ਵਾਲੇ ਲੋਕ। ਤੀਸਰੇ ਪਾਤਸ਼ਾਹ ਦੀ ਸਾਖੀ ਸੁਣੀ ਸੀ ਆਪਾਂ ਨੇ। ਸਿੱਖ 10 ਬੋਰੀਆਂ ਲੈ ਕੇ ਆਏ ਚੌਲਾਂ ਦੀਆਂ, ਲਿਆ ਕੇ ਲੰਗਰ ਅੱਗੇ ਗੱਡਾ ਖੜਾ ਕੀਤਾ। ਸੇਵਾਦਾਰਾਂ ਨੇ ਬੋਰੀਆਂ ਅੰਦਰ ਰਖਾ ਲਈਆਂ। ਭਾਈ ਬੱਲੂ ਲੈ ਗਿਆ, ਲੰਗਰ ਛਕਾਇਆ, ਮੱਥਾ ਟਿਕਾਇਆ। ਮਹਾਰਾਜ ਇਹ ਸਿੱਖ ਨੇ 10 ਬੋਰੀਆਂ ਲੰਗਰ 'ਚ ਪਾਈਆਂ ਚੌਲਾਂ ਦੀਆਂ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਜੀ ਭਲੀ ਕਰਨਗੇ, ਚੰਗਾ ਭਾਈ ਮਹਾਰਾਜ ਤੈਨੂੰ ਸੁੱਖ ਬਖਸ਼ਣ। ਘਰੇ ਆਇਆ, ਪੈਸੇ ਮੰਗ ਨਹੀਂ ਸਕਿਆ, ਆਇਆ ਤਾਂ ਵੇਚਣ ਸੀ।
ਜਦੋਂ ਘਰੇ ਆਇਆ ਬਹੁਤ ਸ਼ਾਂਤੀ ਹੈ। ਘਰ ਵਾਲੀ ਬੜੇ ਪ੍ਰੇਮ ਨਾਲ ਜਲ ਲੈ ਕੇ ਆਈ। ਬੱਚੇ ਪਿਤਾ ਜੀ ਦੇ ਚਰਨੀ ਹੱਥ ਲਾ ਰਹੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਅੰਮ੍ਰਿਤ ਵੇਲੇ ਉੱਠੇ ਨੇ, ਨਿਤਨੇਮ ਕਰਦੇ ਨੇ। ਕੋਈ ਕਲੇਸ਼ ਨਹੀਂ ਹੈ ਘਰ ਦੇ ਵਿੱਚ, ਸਾਰੇ ਪਾਸੇ ਆਨੰਦ ਹੈ। ਬੜਾ ਖੁਸ਼ ਰਿਹਾ 3 ਕੁ ਦਿਨ। ਚੌਥੇ ਦਿਨ ਪਤਨੀ ਨੇ ਕਿਹਾ, ਹੁਣ ਆਪਣਾ ਘਰ ਦਾ ਸੌਦਾ ਮੁੱਕਿਆ ਹੋਇਆ, ਜਿਹੜੇ ਪੈਸੇ ਵੱਟ ਕੇ ਲਿਆਂਦੇ ਲਿਆਓ। ਸੋ ਨੀਵੀਂ ਜੀ ਪਾ ਕੇ ਕਹਿੰਦਾ, ਮੈਂ ਤਾਂ ਮੰਗੇ ਹੀ ਨਹੀਂ। ਕਹਿੰਦੀ, ਇਹ ਤਾਂ ਮਾੜੀ ਗੱਲ ਹੈ, ਫਿਰ ਆਪਣੇ ਬੱਚੇ ਕਿੱਥੋਂ ਖਾਣਗੇ? ਹੁਣ ਬਹੁਤੇ ਨਹੀਂ ਤਾਂ ਚਲੋ ਥੋੜੇ ਤਾਂ ਮੰਗ ਲੈਂਦੇ। ਉਸ ਵਕਤ ਵਾਪਸ ਗਿਆ, ਭਾਈ ਬੱਲੂ ਨੂੰ ਸਾਰੀ ਗੱਲ ਦੱਸੀ, ਲੰਗਰ ਛਕਿਆ, ਮੱਥਾ ਟੇਕਿਆ। ਭਾਈ ਬੱਲੂ ਨੇ ਕਿਹਾ, ਮਹਾਰਾਜ ਇਹ ਸਿੱਖ ਨੇ 10 ਬੋਰੀਆਂ ਲੰਗਰ ਵਿੱਚ ਚੌਲਾਂ ਦੀਆਂ ਵੇਚੀਆਂ ਨੇ। ਮਹਾਰਾਜ ਕਹਿੰਦੇ, ਖਜ਼ਾਨਚੀ ਨੂੰ ਬੁਲਾ ਕੇ 100 ਰੁਪਈਆ ਦੇ ਦਿਓ ਇਹਨੂੰ। 100 ਰੁਪਈਆ ਜਿਹੜਾ ਸੀ ਦੇ ਕੇ, ਸੋ ਉਸ ਵਕਤ ਮੱਥਾ ਟੇਕ ਕੇ ਲੈ ਕੇ ਪੈਸੇ ਘਰ ਆ ਗਿਆ। ਆਉਂਦਿਆਂ ਨੂੰ ਨਿਆਣੇ ਲੜ ਰਹੇ ਨੇ, ਇਸਤਰੀ ਖਿੱਚ ਖਿੱਚ ਪੈ ਰਹੀ ਹੈ। ਘਰ ਵਿੱਚ ਮਨ ਨੂੰ ਗੱਲ ਹੀ ਨਹੀਂ ਰਹੀ, ਝਗੜਾ ਖੜਾ ਹੋਇਆ ਪਿਆ ਹੈ। ਹੋਰ ਬੜੇ ਗੱਲਾਂ ਹੋ ਰਹੀਆਂ ਨੇ। ਕਹਿੰਦਾ, ਉਹ ਗੱਲ ਜੀ ਨਹੀਂ ਹੈ ਜਿਵੇਂ ਪਹਿਲਾਂ ਸੀ। ਬੜਾ ਸੱਚਖੰਡ ਬਣਿਆ ਹੋਇਆ ਸੀ। 3 ਕੁ ਦਿਨ ਤਾਂ ਬੜੇ ਆਨੰਦਮਈ ਦਿਨ ਬੀਤੇ ਸਨ। ਮੇਰਾ ਵੀ ਚਿੱਤ ਕਰੇ ਘਰੇ ਬਹਿ ਕੇ ਬਾਣੀ ਪੜ੍ਹਾਂ, ਤੇ ਘਰ ਵਾਲੀ ਵੀ ਪਾਠ ਬੜਾ ਕਰ ਰਹੀ ਸੀ, ਬੱਚੇ ਵੀ। ਹੁਣ ਕਿਹਾ ਵੀ ਨਹੀਂ ਪਾਠ ਕਰਦੇ। ਉਸ ਵਕਤ ਘਰ ਵਾਲੀ ਕਹਿਣ ਲੱਗੀ, ਇਹ ਕਲਾ ਕਲੇਸ਼ ਕਿੱਥੋਂ ਖੜਾ ਹੋ ਗਿਆ? ਬੜੀ ਸੁਖ ਸ਼ਾਂਤੀ ਸੀ। ਸੋ ਕਹਿਣ ਲੱਗਿਆ, ਮਹਾਰਾਜ ਨੇ ਮੈਨੂੰ ਕਿਹਾ ਸੀ ਗੁਰੂ ਨਾਨਕ ਦੇਵ ਜੀ ਤੈਨੂੰ ਸੁਖ ਬਖਸ਼ਣ, ਤੇ ਹੁਣ ਮੈਂ 100 ਰੁਪਈਆ ਲਿਆਇਆ। ਘਰ ਵਾਲੀ ਕਹਿਣ ਲੱਗੀ, 100 ਰੁਪਈਆ ਉੱਥੇ ਹੀ ਦੇ ਆ ਜਾ ਕੇ ਮਹਾਰਾਜ ਦੇ ਚਰਨਾਂ 'ਚ, ਤੇ ਮਹਾਰਾਜ ਨੂੰ ਕਹੋ ਉਹੀ ਦੇ ਦਿਓ, ਸੁਖ ਸ਼ਾਂਤੀ। ਫਿਰ ਜਾ ਕੇ ਮੱਥਾ 100 ਰੁਪਈਆ ਟੇਕ ਕੇ ਕਹਿੰਦਾ, ਮਹਾਰਾਜ ਆ ਆਪਣਾ 100 ਰੁਪਈਆ ਲੈ ਲਓ, ਮੈਨੂੰ ਇਹਦੇ ਬਦਲੇ ਘਰ ਦੀ ਸੁਖ ਸ਼ਾਂਤੀ ਦੇ ਦਿਓ, ਉਹੀ ਸਵਰਗ ਦੇ ਦਿਓ, ਉਹੀ ਸੱਚਖੰਡ ਦੇ ਦਿਓ, ਉਹੀ ਆਨੰਦ ਵਾਲਾ ਸਮਾਂ ਦੇ ਦਿਓ। ਸਤਿਗੁਰੂ ਬਹੁਤ ਵੱਡੇ ਦਿਲ ਦੇ ਮਾਲਕ ਨੇ। ਮਹਾਰਾਜ ਕਹਿੰਦੇ, ਚੰਗਾ ਭਾਈ, ਗੁਰੂ ਨਾਨਕ ਦੇਵ ਜੀ ਤੈਨੂੰ ਸਿੱਖੀ ਬਖਸ਼ਣ, ਤੈਨੂੰ ਸੁੱਖ ਮਿਲੇ, ਤੈਨੂੰ ਆਨੰਦ ਮਿਲੇ। ਸੋ ਇਸ ਤਰ੍ਹਾਂ ਜਿਨ੍ਹਾਂ ਨੂੰ ਕਦਰ ਹੈ ਗੁਰਾਂ ਦੇ ਬਚਨਾਂ ਦੀ, ਉਹ ਫੇਰ ਜਾ ਕੇ ਲੈ ਆ। ਇਹਨਾਂ ਨੂੰ ਵੀ ਕਦਰ ਹੋਵੇਗੀ, ਪਰ ਸਮਾਂ ਪਾ ਕੇ। ਏ ਸਤਿਗੁਰੂ ਧਨ ਹੈ ਨਾਲ, ਕਹਾਂ ਦਰਬ ਕੋ ਉਰਹੰਕਾਰ, ਜਿਸ ਕੋ ਬਿਨਸਤ ਲਗੈ ਨ ਬਾਰ। ਉਤਰੇ ਧਨ ਨੂੰ ਨਾਸ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਇੱਕ ਛਿਨ ਵਿੱਚ ਸਾਰਾ ਪੈਸਾ ਚੋਰ ਲੈ ਜਾਂਦੇ ਨੇ, ਅੱਗ ਲੱਗ ਜਾਂਦੀ ਹੈ, ਹੜ੍ਹ ਆ ਜਾਂਦੇ ਨੇ, ਇੱਕ ਛਿਨ ਵਿੱਚ ਘਾਟੇ ਪੈ ਜਾਂਦੇ ਹਨ। ਸਾਚਾ ਸਤਿਗੁਰ ਪੂਰਨ ਮੇਰਾ, ਤੈਂ ਦੁਰ ਆਸ ਧਰ ਉਰ ਮੈਂ ਹੀਰਾ। ਮੇਰੇ ਸੱਚੇ ਪਾਤਸ਼ਾਹ ਤਾਂ ਪੂਰੇ ਹੀ ਨੇ, ਪਰ ਤੂੰ ਦੁਰ ਆਸ ਕੀਤੀ, ਖੋਟੀ ਆਸ। ਸ਼ਰਧਾ ਤੇ ਵਿਸ਼ਵਾਸ ਨਾਲ ਜਾਂਦਾ ਤਾਂ ਤੈਨੂੰ ਬਹੁਤ ਕੁਝ ਦੇ ਦੇਣਾ ਸੀ ਮਹਾਰਾਜ ਨੇ। ਤੂੰ ਇਹ ਖੋਟੀ ਆਸ ਲੈ ਕੇ ਗਿਆ, ਘਰੋਂ ਹੀ ਕਾਲੇ ਮਨ ਦੇ ਨਾਲ ਗਿਆ, ਤੇ ਘਰੋਂ ਕਾਲੇ ਮਨ ਨਾਲ ਜਾਣ ਵਾਲੇ ਨੂੰ ਗੁਰੂ ਘਰੋਂ ਕੁਝ ਨਹੀਂ ਪ੍ਰਾਪਤ ਹੁੰਦਾ। ਬੁੱਧੀ ਉਤਾਵਲੀ ਹੈ ਬਹੁ ਤੇਰੇ, ਮਤ ਨਿੰਦਾ ਕਰ ਸ਼੍ਰੀ ਪ੍ਰਭ ਕੇਰੇ। ਤੇਰੀ ਬੁੱਧੀ ਬੜੀ ਉਤਾਵਲੀ, ਕਾਲੀ ਪੈਂਦੀ ਹੈ। ਮਤ ਨਿੰਦਾ ਕਰ ਮੇਰੇ ਸਤਿਗੁਰਾਂ ਦੀ, ਕਿਉਂਕਿ ਮੇਰੇ ਸਤਿਗੁਰੂ ਨਿੰਦਣ ਯੋਗ ਨਹੀਂ ਹਨ, ਮੇਰੇ ਸਤਿਗੁਰੂ ਸਲਾਹੁਣ ਯੋਗ ਨੇ। ਇਸ ਕਰਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਪੂਰਾ ਸਤਿਗੁਰੂ ਹੈ ਮੇਰਾ। ਗੁਰ ਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪ੍ਰਗਾਸਾ। ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਜੇ ਕਰ ਤੂੰ ਮੇਰੇ ਸੰਗ ਚੱਲੈ, ਸਰਲ ਰਿਦਾ ਕਰ ਗੁਰ ਸੰਗ ਮਿਲੈ। ਹਾਂ, ਜੇ ਤੂੰ ਮੇਰੇ ਨਾਲ ਚੱਲੇ, ਆਪਣੇ ਹਿਰਦੇ ਵਿੱਚ ਸਰਲਤਾ ਸਿੱਧਾਪੁਣਾ ਲਿਆਵੇਂ, ਕੋਈ ਮਨ ਦੇ ਅੰਦਰ ਸ਼ੰਕਾ ਨਾ ਕਰੇ, ਕੋਈ ਵਿੰਗ ਬਲ ਨਾ ਹੋਵੇ, ਕੋਈ ਮੈਲ ਨਾ ਹੋਵੇ। ਸਤਿਗੁਰੂ ਜੀ ਨੂੰ ਬ੍ਰਹਮ ਰੂਪ ਜਾਣ ਕੇ ਮਿਲੇ ਕਿ ਬਹੁਤ ਵੱਡੇ ਸਾਡੇ ਸਤਿਗੁਰੂ ਲੋਕ ਤੇ ਪਰਲੋਕ ਦੇ ਮਾਲਕ ਨੇ, ਫੇਰ ਤੇਰਾ ਭਲਾ ਹੋ ਸਕਦਾ ਹੈ। ਤੋ ਬਿਸਰਾਮ ਪਾਏ ਤਨ ਤੇਰਾ, 4 ਦਿਵਸ ਜੀਵਨ ਜਗ ਕੇਰਾ। ਸੋ ਇਸ ਕਰਕੇ ਤੇਰਾ ਮਨ ਫੇਰ ਟਿਕਾਉ ਪਾਵੇਗਾ। ਇਹ ਸੰਸਾਰ ਦੇ ਅੰਦਰ ਬੰਦੇ ਦਾ ਸਰੀਰ ਕਿੰਨਾ ਕੁ ਦਿਨ ਹੈ? 4 ਕੁ ਦਿਹਾੜੇ ਹੈ।
ਜ਼ਿੰਦਗੀ ਦੇ। ਇਸ ਕਰਕੇ ਚੱਲ ਸਤਿਗੁਰੂ ਜੀ ਤੋਂ ਬਖਸ਼ਾ। ਧਨ ਕੋ ਦੇਖ ਕਾ ਤੂੰ ਭੁੱਲਾ, ਖੋਇਓ ਸਕਲ ਵਿਆਜ ਸਨ ਮੂਲਾ। ਪੈਸੇ ਨੂੰ ਦੇਖ ਕੇ ਤੂੰ ਕੀ ਭੁੱਲ ਗਿਆ ਹੈ? ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ। ਝੂਠੇ ਲੋਭ ਦੇ ਚ ਲੱਗ ਕੇ ਕੀ ਭੁੱਲ ਗਿਆ ਹੈ? ਪੈਸੇ ਨੂੰ ਤੂੰ ਵੱਡਾ ਸਮਝ ਲਿਆ ਹੈ ਅਤੇ ਗੁਰਾਂ ਦੀ ਜਿਹੜੀ ਬਖਸ਼ਿਸ਼ ਸੀ ਉਹਨੂੰ ਭੁਲਾ ਦਿੱਤਾ ਹੈ। ਤੂੰ ਤਾਂ ਆਪਣਾ ਸਾਰਾ ਕੁਝ ਵਿੱਚੇ ਮੂਲ ਵਿੱਚੇ ਵਿਆਜ ਸਭ ਕੁਝ ਗਵਾ ਕੇ ਆ ਗਿਆ ਹੈ। ਇਤਿਆਦਕ ਕਹਿ ਕਹਿ ਸਮਝਾਇਓ, ਹਰ ਗੋਪਾਲ ਕਿਉਂ ਨਾ ਮੰਨ ਲਿਆਇਓ। ਇਤਿਆਦਕ ਉਹਦਾ ਪਿਤਾ ਕਹਿ ਕਹਿ ਕੇ ਸਮਝਾਉਂਦਾ ਹੈ, ਪਰ ਹਰ ਗੋਪਾਲ ਕਹੀ ਹੋਈ ਗੱਲ ਨੂੰ ਮਨ ਵਿੱਚ ਲਿਆਉਂਦਾ ਹੀ ਨਹੀਂ ਹੈ। ਗੁਰ ਸ਼ਰਦਾ ਹਰ ਭਾਉ ਬਹੀਨਾ, ਉਪਦੇਸ਼ ਨਾ ਠਹਿਰਾਵਨ ਕੀਨਾ। ਗੁਰੂ ਤੇ ਸ਼ਰਧਾ ਨਹੀਂ, ਵਾਹਿਗੁਰੂ ਤੇ ਭਰੋਸਾ ਨਹੀਂ। ਉਪਦੇਸ਼ ਜਿਹੜਾ ਮਿਲਿਆ ਹੈ ਇਹਨੂੰ ਆਪਣੇ ਮਨ ਦੇ ਅੰਦਰ ਨਹੀਂ ਵਸਾਉਂਦਾ। ਕਰੀ ਮੌਨ ਪਿਤ ਜਾਨੀ ਮਨ ਮੈਂ, ਪਰੈ ਆਪਦਾ ਕੇਤਕ ਦਿਨ ਮੈਂ। ਹੁਣ ਪਿਤਾ ਉਪਦੇਸ਼ ਕਰ ਕਰਕੇ ਸਮਝਾ ਕੇ ਚੁੱਪ ਹੋ ਗਿਆ ਹੈ, ਪਰ ਪਿਤਾ ਨੂੰ ਇੰਨਾ ਕੁ ਪਤਾ ਕਿ ਹੁਣ ਸਾਡੇ ਘਰ ਤੇ ਸੰਕਟ ਪੈਣ ਵਾਲਾ ਹੈ। ਕਿਉਂਕਿ ਗੁਰਾਂ ਨੇ ਬਚਨ ਕਰਤਾ, ਜਾਂ ਆਪਣੇ ਪਿਤਾ ਨੂੰ ਕਹਿ ਦੇ ਕਿ ਤੇਰਾ ਭਾਉ ਦਾ ਬਚਨ ਵਾਪਸ ਮੋੜ ਲਿਆ। ਹੁਣ ਕਿਉਂਕਿ ਮੇਰੇ ਘਰ ਤੋਂ ਗੁਰੂ ਸਾਹਿਬ ਦੀ ਨਿਗਾਹ ਹਟ ਗਈ, ਕਿਰਪਾ ਦ੍ਰਿਸ਼ਟੀ ਹਟ ਗਈ, ਉਹਨਾਂ ਨੇ ਕਹਿ ਜੋ ਦਿੱਤਾ, ਹੁਣ ਸਾਡੇ ਘਰ ਤੇ ਸੰਕਟ ਆਇਆ ਜਾਣੋ। ਨਿਜ ਪਤਨੀ ਜੁਤ ਬੋ ਬਿਲ ਖਾਵੈ, ਕਛੂ ਪੁੱਤਰ ਪਰ ਬਸ ਨ ਬਸਾਵੈ। ਆਪਣੀ ਪਤਨੀ ਸਮੇਤ ਬਹੁਤ ਬਿਲਕਦਾ ਹੈ, ਪਰ ਪੁੱਤਰ ਨੂੰ ਸਮਝਾਉਣ ਵਿੱਚ ਕੋਈ ਯਤਨ ਚੱਲਦਾ ਨਹੀਂ ਹੈ। ਲਗਿਓ ਬਣਜ ਕੋ ਹਰ ਗੋਪਾਲ, ਦਿਨ ਪ੍ਰਤ ਹੋਇਓ ਦਰਬ ਵਿਸਾਲ। ਹਰ ਗੋਪਾਲ ਫਿਰ ਵਪਾਰ ਕਰਨ ਲੱਗ ਪਿਆ ਹੋਰ 3000 ਤੋਂ 6000, 6 ਤੋਂ 9 ਵਧਾਉਂਦਾ ਜਾ ਰਿਹਾ ਦਿਨ ਪ੍ਰਤ ਦਿਨ। 10,000 ਕਰ ਬਣਜ ਕਮਾਏ, ਗਰਬਿਓ ਦੀਰਘ ਉਰ ਹਰ ਖਾਏ। 10,000 ਰੁਪਈਆ ਇਕੱਠਾ ਕਰ ਲਿਆ, ਫਿਰ ਹੰਕਾਰ ਹੋ ਗਿਆ ਵੀ ਦੇਖੋ ਪਿਤਾ ਜੀ, ਤੁਸੀਂ ਕਹਿੰਦੇ ਸੀ ਗੁਰੂ ਕੇ ਵਾਕ, ਗੁਰੂ ਕੇ ਵਾਕ ਨਾਲ ਨਹੀਂ ਕੁਝ ਹੁੰਦਾ। ਬੰਦਾ ਮਿਹਨਤ ਕਰੇ, ਮਸ਼ੱਕਤ ਕਰੇ, ਪੈਸਾ ਕਮਾਉਣ ਦਾ ਤਰੀਕਾ ਹੁੰਦਾ। ਤੁਸੀਂ ਸਾਰੀ ਜ਼ਿੰਦਗੀ ਇੰਨਾ ਰੁਪਈਆ ਨਹੀਂ ਦੇਖਿਆ ਹੋਣਾ, ਮੈਂ 10,000 ਕਮਾਇਆ। ਅੱਜ ਦੀ ਦੁਨੀਆ ਵੀ ਕਹਿੰਦੀ ਹੈ ਕੰਮ ਹੀ ਪੂਜਾ ਹੈ। ਉਹ ਥਾਂ ਥਾਂ ਵਰਕ ਇਜ਼ ਵਰਸ਼ਿਪ ਲਿਖਿਆ ਹੋਇਆ, ਇਹ ਕੰਮ ਹੀ ਪੂਜਾ ਹੈ, ਕੰਮ ਹੀ ਪੂਜਾ ਹੈ। ਇਹ ਤਾਂ ਕਿਤੇ ਹੁਣ ਵਾਹਿਗੁਰੂ ਨੇ ਦਿਖਾਤਾ ਨਾ ਤਮਾਸ਼ਾ ਥੋੜਾ ਜਿਹਾ, ਕੁਛ ਨਹੀਂ ਹੋਣਾ ਹੈ। ਜਦੋਂ ਤੱਕ ਕਿਰਪਾ ਨਹੀਂ ਹੈ ਉਦੋਂ ਤੱਕ ਕੁਛ ਨਹੀਂ ਹੈ। ਇਸ ਕਰਕੇ ਗੁਰਸਿੱਖ ਘੱਟੋ ਘੱਟ ਇਹ ਗੱਲ ਨੂੰ ਜ਼ਰੂਰ ਸਮਝ ਲੈਣ, ਸੰਸਾਰ ਦੇ ਮਗਰ ਆਪਾਂ ਨਹੀਂ ਲੱਗਣਾ। ਆਪਾਂ ਨੂੰ ਤਾਂ ਬਸ ਸਾਰਾ ਆਸਰਾ ਹੀ ਸਤਿਗੁਰੂ ਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਕੁਛ ਨਹੀਂ ਜਾਣਨਾ। ਅਸੀਂ ਨਹੀਂ ਜਾਣਦੇ। ਲੋਕ ਕਹਿੰਦੇ ਨੇ, ਆਮ ਤੌਰ ਤੇ ਲਿਖਿਆ ਹੁੰਦਾ ਹੈ, ਮਿਹਨਤ ਮੇਰੀ ਰਹਿਮਤ ਤੇਰੀ। ਮਿਹਨਤ ਵੀ ਤਾਈਓ ਹੁੰਦੀ ਹੈ ਜੀ ਉਹਦੀ ਬਖਸ਼ਿਸ਼ ਹੋਵੇ, ਸਰੀਰ ਵਿੱਚ ਜੋਤ ਹੋਵੇ, ਜੇ ਜਾਨ ਹੋਵੇ, ਜੇ ਗਿਆਨ ਹੋਵੇ। ਜੇ ਉਹਦੀ ਕਿਰਪਾ, ਜੇ ਸਰੀਰ ਹੀ ਨਹੀਂ ਕੰਮ ਕਰਦਾ ਫਿਰ ਮਿਹਨਤ ਕਿਵੇਂ ਕਰੇਗਾ? ਇਸ ਕਰਕੇ ਮਿਹਨਤ ਵੀ ਤੁਸੀਂ ਹੀ ਕਰਵਾਉਣੀ ਹੈ ਤੇ ਦੇਣਾ ਵੀ ਤੁਸੀਂ ਹੀ ਹੈ। ਸਾਡਾ ਤਾਂ ਸਾਰਾ ਕੁਝ ਤੁਹਾਡੇ ਪਾਸ ਹੀ ਹੈ। 10,000 ਕਰ ਬਣਜ ਕਮਾਏ, ਗਰਬਿਓ ਦੀਰਘ ਉਰ ਰਖਾਏ। ਭੂਲ ਗਇਓ ਮੂਰਖ ਅਭਿਮਾਨੀ, ਗਤ ਈਸ਼ਵਰ ਕੀ ਨਾਹਿਨ ਜਾਨੀ। ਭੁੱਲ ਗਿਆ ਮੂਰਖ ਬੰਦਾ, ਪਰਮੇਸ਼ਰ ਦੀ ਗਤ ਨਹੀਂ ਜਾਣ ਸਕਿਆ। ਆਪਣੇ ਆਪ ਨੂੰ ਹੀ ਸਮਝਦਾ ਹੈ ਕਿ ਮੈਂ ਮਿਹਨਤ ਕਰਕੇ ਕਮਾਇਆ ਹੈ। ਹੁਣ ਤਨ ਛੀਨ ਹੋਣ ਕੋ ਲਾਗਾ, ਤਬ ਗੁਰ ਦਿਸ਼ ਕੋ ਮਨ ਅਨਰਾਗਾ। ਹੁਣ ਹੌਲੀ ਹੌਲੀ ਪੈਸੇ ਚੱਲਣ ਲੱਗੇ, ਬਾਹਰ ਨੂੰ ਖਿਸਕਣ ਲੱਗ ਪਏ, ਘਟਣ ਲੱਗ ਪਿਆ ਰੁਪਈਆ। ਜੇਬ ਖਾਲੀ ਹੋ ਗਈ, ਰੋਟੀ ਤੋਂ ਮੁਤਾਜ ਹੋ ਗਿਆ, ਬਰਕਤ ਖਤਮ ਹੋ ਗਈ। ਹੁਣ ਲੱਗਿਆ ਗੁਰਾਂ ਵੱਲ ਧਿਆਨ ਕਿ ਮੈਂ ਗਲਤੀ ਕਰ ਲਈ। ਪਰਿਓ ਪਿਤਾ ਕੇ ਪਗ ਪਰ ਜਾਏ, ਰਾਖ ਰਾਖ ਚੱਲ ਗੁਰ ਸ਼ਰਨਾਏ। ਆਪਣੇ ਪਿਤਾ ਦੇ ਚਰਨਾਂ ਤੇ ਜਾ ਕੇ ਪੈ ਗਿਆ। ਪਿਤਾ ਜੀ, ਕੋਈ ਗਾਹਕ ਨਹੀਂ ਆਉਂਦਾ,
ਸਮਾਨ ਨਹੀਂ ਵਿਕਦਾ, ਬਰਕਤ ਨਹੀਂ ਪੈਂਦੀ, ਕੁਛ ਨਹੀਂ ਬਣਦਾ ਹੈ। ਉਹ ਕਹਿੰਦੇ ਤੇਰੀ ਮਿਹਨਤ ਕਿੱਥੇ ਗਈ? ਹੁਣ ਤੂੰ ਤਾਂ ਕਹਿੰਦਾ ਸੀ ਮਿਹਨਤ ਨਾਲ ਕਮਾਇਆ ਹੈ। ਨਹੀਂ ਪਿਤਾ ਜੀ, ਕੁਛ ਨਹੀਂ ਬਣਦਾ ਹੈ। ਚਲੋ ਚੱਲੀਏ ਸ੍ਰੀ ਅਨੰਦਪੁਰ ਸਾਹਿਬ, 10ਵੇਂ ਪਾਤਸ਼ਾਹ ਕੋਲ ਮੈਨੂੰ ਫੇਰ ਲੈ ਕੇ ਚੱਲੋ। ਸਭ ਕੁਟੰਬੇ ਇਕੱਠੋ ਹੋਏ ਗਏ, ਗੁਰਦਰਸ਼ਨੇ ਤੇ ਚਲਬੋ ਕੀਓ। ਸਾਰਾ ਪਰਿਵਾਰ ਇਕੱਠਾ ਹੋਇਆ ਗੁਰਾਂ ਦੇ ਦਰਸ਼ਨਾਂ ਵਾਸਤੇ, ਫੇਰ ਚੱਲ ਪਏ। ਕਰਮ ਕਰਮ ਪੰਥੇ ਉਲੰਘਨ ਕੋ ਕਰ, ਆਏ ਧਿਆਨ ਸਿੰਘ ਮਾਜਰੀਏ ਘਰ। ਕਰਮ ਕਰਮ ਕਰਦੇ ਹੋਏ ਪਹੁੰਚ ਗਏ ਧਿਆਨ ਸਿੰਘ ਮਾਜਰੀਏ ਦੇ ਘਰ। ਕਹਿੰਦਾ ਇੱਥੇ ਠਹਿਰਿਆ ਸੀ ਪਹਿਲਾਂ, ਸਿੱਖ ਨੂੰ ਮੈਂ ਵੇਚਿਆ ਸੀ ਸਾਰਾ ਕੁਝ, ਬਚਨ ਵੇਚਿਆ, 605 ਰੁਪਏ ਇੱਥੋਂ ਲਏ ਸਨ। ਸੈਤ ਕੁਟੰਬ ਬਿਸ਼ੰਬਰ ਦਾਸ, ਮਿਲਿਓ ਭਾਉ ਤਰ ਪ੍ਰੇਮ ਪ੍ਰਕਾਸ਼। ਬਿਸ਼ੰਬਰ ਦਾਸ ਕਿਉਂਕਿ ਸਿੱਖ ਹੈ, ਗੁਰੂ ਦਾ ਭਰੋਸੇ ਵਾਲਾ ਸਿੱਖ, ਬੜੀ ਭਾਵਨਾ ਨਾਲ ਭਾਈ ਧਿਆਨ ਸਿੰਘ ਜੀ ਨੂੰ ਮਿਲਿਆ, ਪਿਆਰ ਨਾਲ ਸਤਿਕਾਰ ਨਾਲ ਉਹਨਾਂ ਦੇ ਘਰ ਠਹਿਰੇ। ਸਿਵਰ ਕਰਾਏ ਆਹਾਰ ਅਚਾਇਓ, ਪੁਨ ਚਰਚਾ ਸਤਿਗੁਰਨ ਚਲਾਇਓ। ਫਿਰ ਪ੍ਰਸ਼ਾਦਾ ਛਕਿਆ, ਉੱਥੇ ਰਾਤ ਬਤੀਤ ਕੀਤੀ, ਰਾਤ ਨੂੰ ਬਹਿ ਕੇ ਸਤਿਗੁਰਾਂ ਦੇ ਬਚਨ ਕੀਤੇ। ਧਿਆਨ ਸਿੰਘ ਸੁਣੀਐ ਚਿਤ ਲਾਏ, ਹਿਤਕਾਰੀ ਤੂੰ ਮਮ ਗੁਰ ਭਾਏ। ਭਾਈ ਧਿਆਨ ਸਿੰਘ ਚਿਤ ਲਾ ਕੇ ਸੁਣ, ਤੂੰ ਗੁਰੂ ਦਾ ਪਿਆਰਾ ਹੈ, ਸਾਡਾ ਵੀ ਪਿਆਰਾ ਹੈ, ਅਸੀਂ ਗੁਰੂ ਕੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਹਾਂ। ਸੁਤ ਤੇ ਬਚਨ ਭਾਏ ਕਾਲੀਨ, ਬਿਦਤ ਸਦਨ ਪਹੁੰਚਿਓ ਤਬ ਕੀਨ। ਇਹਨੇ ਘਰ ਜਾ ਕੇ ਮੈਨੂੰ ਇਹ ਗੱਲ ਦੱਸੀ, ਪ੍ਰਗਟ ਕੀਤੀ ਕਿ ਭਾਈ ਧਿਆਨ ਸਿੰਘ ਜੀ ਨੂੰ ਮੈਂ ਬਚਨ ਵੇਚ ਕੇ ਆਇਆ, 605 ਰੁਪਏ ਦਾ ਬਚਨ ਗੁਰਾਂ ਦਾ, ਜਿਹੜਾ ਭਾਵ ਦਾ ਬਚਨ ਸੀ, ਪ੍ਰੇਮ ਦਾ, ਸਿੱਖੀ ਸਿਦਕ ਦਾ ਬਚਨ ਸੀ, ਉਹ ਵੇਚ ਆਇਆ ਹਾਂ। ਅਬ ਮੇਰੀ ਕੋ ਕਿਆ ਹੋਏ ਗਤੀ, ਸੁਤ ਬਿਨ ਸ਼ਰਦਾ ਜਿਸ ਲਗੁ ਮਤੇ। ਹੁਣ ਕੀ ਗਤੀ ਹੋਵੇਗੀ ਮੇਰੀ, ਕਿ ਜਿਹੜੇ ਪੁੱਤਰ ਦੀ ਸ਼ਰਧਾ ਹੀ ਨਹੀਂ ਹੈ, ਅੱਗੇ ਮੇਰੀ ਪੀੜ੍ਹੀ ਕਿਵੇਂ ਚੱਲੇਗੀ ਸ਼ਰਧਾ ਦੇ ਨਾਲ। ਅਬ ਤੁਮ ਹੱਥ ਐ ਨਿਸਤਾਰਾ, ਕਰੋ ਦੀਨ ਪਰਬੋ ਪੁਕਾਰਾ। ਹੁਣ ਤੇਰੇ ਹੱਥ ਵਿੱਚ ਮੇਰਾ ਨਿਸਤਾਰਾ ਹੈ ਭਾਈ ਗੁਰਸਿੱਖ, ਹੁਣ ਤੂੰ ਮੇਰੇ ਗਰੀਬ ਤੇ ਤਰਸ ਕਰ, ਮੇਰਾ ਨਿਸਤਾਰਾ ਕਰ, ਕੋਈ ਯਤਨ ਕਰ, ਕੋਈ ਤਰੀਕਾ ਵਰਤ। ਸਤਿਗੁਰ ਜਿਮ ਪ੍ਰਸੰਨ ਹੋਏ ਜਾਵੇਂ, ਸੋ ਉਪਾਵ ਤੁਝ ਤੇ ਬਨ ਆਵੇ। ਜਿਵੇਂ ਸਤਿਗੁਰੂ ਮਹਾਰਾਜ ਜੀ ਪ੍ਰਸੰਨ ਹੋ ਜਾਣ, ਨਾਰਾਜ਼ਗੀ ਗੁਰਾਂ ਦੀ ਦੂਰ ਹੋ ਜਾਵੇ, ਉਹ ਉਪਾਓ ਤਾਂ ਭਾਈ ਧਿਆਨ ਸਿੰਘ ਜੀ ਤੁਸੀਂ ਕਰ ਸਕਦੇ ਹੋ। ਸੁਨਤ ਧਿਆਨ ਸਿੰਘ ਤਬੈ ਬਖਾਨਾ, ਮੈਂ ਵੀ ਤੁਮ ਸੰਗ ਕਰੋ ਪਿਆਨਾ। ਭਾਈ ਧਿਆਨ ਸਿੰਘ ਜੀ ਕਹਿਣ ਲੱਗੇ ਇਹਦੇ 'ਚ ਘਬਰਾਉਣ ਦੀ ਕਿਹੜੀ ਗੱਲ ਹੈ, ਚਲੋ ਮੈਂ ਵੀ ਤੁਹਾਡੇ ਨਾਲ ਸ੍ਰੀ ਅਨੰਦਪੁਰ ਸਾਹਿਬ ਚੱਲਦਾ ਹਾਂ। ਇਮ ਕੈ ਸੁਬਤ ਬੀਤੀ ਜਬ ਰਾਤੀ, ਭਏ ਤਿਆਰ ਗਮਨੇ ਮਗ ਪ੍ਰਾਤੇ। ਇਉਂ ਰਾਤ ਬਤੀਤ ਕੀਤੀ, ਅੰਮ੍ਰਿਤ ਵੇਲੇ ਸਾਵਧਾਨ ਇਸ਼ਨਾਨ ਨਿਤਨੇਮ ਕਰਕੇ ਪ੍ਰਸ਼ਾਦਾ ਛਕ ਕੇ ਸ੍ਰੀ ਅਨੰਦਪੁਰ ਸਾਹਿਬ ਚੱਲੇ। ਜਲ ਅਨੰਦਪੁਰ ਪਹੁੰਚੇ ਆਏ, ਜੈ ਸੋਹੈ ਗੋਬਿੰਦ ਸਿੰਘ ਰਾਏ। ਜਿੱਥੇ ਰਾਜਾ ਰੂਪ ਪ੍ਰਕਾਸ਼ ਰੂਪ ਸਤਿਗੁਰੂ ਜੀ ਸੋਭ ਨੇਕ ਨੇ, ਪਰਿਵਾਰ ਸਮੇਤ ਭਾਈ ਧਿਆਨ ਸਿੰਘ ਮਾਜਰੀਆ ਵੀ ਨਾਲ ਆਇਆ ਹੈ, ਆ ਕੇ ਮੱਥਾ ਟੇਕਿਆ ਹੈ। ਸਗਰੇ ਧਾਏ ਪਰੇ ਗੁਰ ਚਰਨ, ਪ੍ਰਭ ਬਖਸ਼ਿੰਦ ਰਾਖੀਐ ਸ਼ਰਨ। ਸਾਰੇ ਜਣੇ ਧਾ ਕੇ ਆ ਕੇ ਚਰਨਾਂ 'ਚ ਡਿੱਗ ਪਏ, ਰੱਖ ਲਓ ਸੱਚੇ ਪਾਤਸ਼ਾਹ, ਤੁਸੀਂ ਬਖਸ਼ਿੰਦ ਪਿਤਾ ਹੋ ਜੀ। ਅਵਲੋਕਤ ਕਲਗੀ ਤਰ ਹਸੇ, ਮਹਾ ਕਿਰਪਾਲ ਕਿਰਪਾ ਦ੍ਰਿਗ ਰਸੇ। ਅਤੀ ਕਿਰਪਾਲੂ ਹਨ ਸਤਿਗੁਰੂ, ਸਾਰਿਆਂ ਦੇ ਉੱਤੇ ਕਿਰਪਾ ਦੀ ਨਿਗਾਹ ਨਾਲ ਤੱਕ ਰਹੇ ਨੇ, ਹੱਸ ਵੀ ਰਹੇ ਨੇ। ਕਿਉਂ? ਗੁਰਾਂ ਨੂੰ ਤਾਂ ਪਤਾ ਕਿ ਮੁੜ ਕੇ ਆਉਣਗੇ, ਜਿਹੜੇ ਆਪਣੇ ਹੁੰਦੇ ਨੇ ਉਹਨਾਂ ਨੂੰ ਸਤਿਗੁਰੂ ਕਿਸੇ ਤਰੀਕੇ ਨਾਲ ਬੁਲਾ ਹੀ ਲੈਂਦੇ ਹਨ। ਕੁਸ਼ਲ ਪ੍ਰਸ਼ਨ ਕਰ ਬੈਠੇ ਪਾਸ, ਅਪਰ ਬਾਤ ਨ ਕੀਨ ਪ੍ਰਕਾਸ਼। ਮਹਾਰਾਜ ਨੇ ਸੁਖ ਸਾਂਦ ਪੁੱਛੀ, ਬਸ ਹੋਰ ਕੋਈ ਗੱਲ ਨਹੀਂ ਕੀਤੀ। ਮੂੰਹ ਬੰਦ ਨੇ, ਨੀਵੀਆਂ ਪਾ ਕੇ ਹੱਥ ਜੋੜ ਕੇ ਬੈਠੇ ਹਨ। ਤੇਰਾ ਕਰ ਉਤਰੇ ਪੁਰ ਮਾਏ, ਨਿਤ ਦਰਸ਼ਨ ਬਾਂਛਤ ਚਿਤ ਚਾਏ।
ਪੁਰੀ ਦੇ ਵਿੱਚ ਡੇਰਾ ਕਰਵਾਤਾ ਗੁਰਾਂ ਨੇ। ਰੋਜ਼ ਦਰਸ਼ਨਾਂ ਨੂੰ ਆਉਂਦੇ ਨੇ, ਦੀਵਾਨ ਸੁਣਦੇ ਨੇ, ਵਾਪਸ ਚਲੇ ਜਾਂਦੇ ਨੇ, ਕੋਈ ਬਚਨ ਨਹੀਂ ਕਰਦੇ। ਭੋਜਨ ਕਰਤ ਦੇਗ ਤੇ ਲੈ ਕੇ ਬਾਸੁਰ ਤੀਨ ਬਿਤਾਵਨ ਕਹਿ ਕੇ। ਭੋਜਨ ਕਰਦੇ ਨੇ, ਲੰਗਰ ਵਿੱਚੋਂ ਪ੍ਰਸ਼ਾਦਾ ਛਕਦੇ ਨੇ। 3 ਦਿਨ ਇਸੇ ਤਰ੍ਹਾਂ ਹੀ ਲੰਘ ਗਏ ਚੁੱਪ ਚਪੀਤੇ। ਪੁੱਤਰ ਸਮੇਤ ਬਿਸ਼ੰਬਰ ਦਾਸ ਆਇਓ ਪਛਤਾਵਤ ਗੁਰ ਪਾਸ। ਹੁਣ ਪੁੱਤਰ ਦੇ ਸਮੇਤ ਬਿਸ਼ੰਬਰ ਦਾਸ ਪਛਤਾਉਂਦਾ ਹੋਇਆ ਆ ਰਿਹਾ। ਕੀ ਕਹਾਂ, ਕਿਵੇਂ ਸ਼ੁਰੂ ਕਰਾਂ ਗੱਲ। ਆਗੇ ਖਰੋ ਪਇਓ ਕਰ ਬੰਦ ਬਖਸ਼ੋ ਕਿਰਪਾ ਠਾਨ ਬਖਸ਼ਿੰਦ। ਹੁਣ ਆ ਕੇ ਦੋਵੇਂ ਹੱਥ ਜੋੜ ਕੇ ਅੱਗਾ ਖੜਾ ਹੋ ਗਿਆ। ਬੇਨਤੀ ਕੀਤੇ ਬਿਨਾਂ ਗੱਲ ਬਣਨੀ ਨਹੀਂ। ਸਤਿਗੁਰੂ ਵੀ ਚੁੱਪ ਨੇ ਵੀ ਇਹ ਗੱਲ ਸ਼ੁਰੂ ਕਰੇਗਾ ਆਪੇ। ਕਹਿਣ ਲੱਗਿਆ ਬਖਸ਼ੋ ਬਖਸ਼ੋ, ਕਿਰਪਾ ਕਰੋ ਸੱਚੇ ਪਾਤਸ਼ਾਹ, ਹੈ ਬਖਸ਼ਿੰਦ ਪਿਤਾ ਬਖਸ਼ ਲਓ। ਏ ਪ੍ਰਭ ਪੂਰਨ ਬੀਰਜ ਭਲਾ ਬ੍ਰਿਛ ਡਾਲ ਸੂਦਾ ਨੇ ਚੱਲਾ। ਹੇ ਪੂਰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਕਿਸੇ ਬੂਟੇ ਦਾ ਸੋਹਣਾ ਅੱਛੀ ਨਸਲ ਦਾ ਬੀਜ ਹੋਵੇ, ਬੀਜਿਆ ਹੋਇਆ ਧਰਤੀ ਵਿੱਚ, ਕੋਈ ਨੁਕਸ ਨਾ ਹੋਵੇ ਤੇ ਬੂਟਾ ਸਿੱਧਾ ਬਿਲਕੁਲ ਜਾਣਾ ਚਾਹੀਦਾ। ਪਰ ਅਕਾਲ ਪੁਰਖ ਦੀ ਦੇਵ ਨੇ ਤਾਂ ਐਸੀ ਵਰਤ ਗਈ, ਬੂਟੇ ਦਾ ਤਣਾ ਟੇਢਾ ਹੋ ਜਾਵੇ। ਬੀਜ ਤਾਂ ਚੰਗਾ ਭਲਾ ਹੈ, ਪਰ ਉਹ ਬੂਟੇ 'ਚ ਨੁਕਸ ਪੈ ਗਿਆ ਹੈ। ਹਮ ਮੂਰਖ ਖੋਟੇ ਮਨ ਕਾਮੀ। ਮਹਾਰਾਜ ਅਸੀਂ ਮੂਰਖ ਹਾਂ ਜੀ, ਮਨ ਦੇ ਖੋਟੇ, ਕਾਮੀ ਜੀਵ ਹਾਂ ਸੰਸਾਰੀ। ਕ੍ਰਿਤ ਕਣ ਕਿਰਪਣ ਲੂਣ ਹਰਾਮੀ। ਅਸੀਂ ਇਹ ਕਿਰਤ ਕਾਣਾ ਜੀ, ਕਿਰਪਣ ਕੰਜੂਸ ਹਾਂ ਜੀ, ਲੂਣ ਹਰਾਮੀ, ਲੂਣ ਖਾ ਕੇ ਹਰਾਮ ਕਰਨ ਵਾਲੇ ਹਾਂ ਜੀ। ਨਾਮ ਗੁਲਾਮ ਨਾ ਕਰੇ ਗੁਲਾਮੀ। ਨਾਮ ਤਾਂ ਸਾਡਾ ਗੁਲਾਮ ਹੈ, ਪਰ ਅਸੀਂ ਗੁਲਾਮੀ ਕਰਦੇ ਨਹੀਂ ਹਾਂ ਤੁਹਾਡੀ। ਤੋ ਕਿਰਪਾਲ ਆਪ ਹੋ ਸੁਆਮੀ। ਤਾਂ ਵੀ ਇਹ ਮਾਲਕ ਜੀ, ਸੁਆਮੀ ਤਾਂ ਤੁਸੀਂ ਹੀ ਹੋ ਨਾ। ਭਾਵੇਂ ਅਸੀਂ ਕਹੇ ਜੇ ਵੀ ਹਾਂ, ਜਿੰਨੇ ਮਰਜ਼ੀ ਮਾੜੇ ਆ, ਪਰ ਫਿਰ ਵੀ ਸੁਆਮੀ ਸਾਡੇ ਤੁਸੀਂ ਹੋ। ਬਿਰਧ ਗਰੀਬ ਨਿਵਾਜ ਤੁਮਾਰਾ ਨਾਮ ਪਤਤ ਪਾਵਨ ਸੁਖ ਸਾਰਾ। ਤੁਹਾਡਾ ਬਿਰਧ ਹੈ ਗਰੀਬਾਂ ਨੂੰ